ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਦੀ ਫਿਜ਼ਿਕਸ ਦੀ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਆਪਾਂ ਫਿਜ਼ਿਕਸ ਦਾ ਕਲਾਸ 12 ਦਾ ਚੈਪਟਰ ਨੰਬਰ 7 ਸਟੱਡੀ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈਗਾ ਐਲਟਰਨੇਟਿੰਗ ਕਰੰਟ। ਸ਼ਾਰਟ 'ਚ ਆਪਾਂ ਬੋਲਦੇ ਹਾਂ ਏਸੀ ਕਰੰਟ। ਇਹ ਕਰੰਟ ਜਦੋਂ ਆਪਾਂ ਅਪਲਾਈ ਕਰਾਂਗੇ ਕਿਸੇ ਇੰਡਕਟਰ, ਕਪੈਸਿਟਰ ਅਤੇ ਰਜਿਸਟਰ, ਜੋ ਤਿੰਨੇ ਸੀਰੀਜ਼ ਦੇ ਵਿੱਚ ਲੱਗੇ ਹੋਣਗੇ ਅਤੇ ਉਹਨਾਂ ਨੂੰ ਇੱਕ ਏਸੀ ਸਪਲਾਈ ਜਾਰੀ ਹੋਏਗੀ, ਤਾਂ ਇਹਨਾਂ ਦਾ ਕਿੱਦਾਂ ਦਾ ਬਿਹੇਵੀਅਰ ਇੱਕ ਆਏਗਾ, ਉਹ ਇਸ ਚੈਪਟਰ ਦੇ ਵਿੱਚ ਆਪਾਂ ਸਟੱਡੀ ਕਰਾਂਗੇ। ਇੰਡਕਟੈਂਸ ਦਾ ਸਿੰਬਲ ਹੁੰਦਾ L, ਕਪੈਸਿਟੈਂਸ ਦਾ ਹੁੰਦਾ C ਅਤੇ ਰੈਜ਼ਿਸਟੈਂਸ ਦਾ ਹੁੰਦਾ R। ਸੋ ਸ਼ਾਰਟ 'ਚ ਆਪਾਂ ਇਹਨਾਂ ਨੂੰ ਕੀ ਬੋਲਦੇ ਹਾਂ, LCR ਸਰਕਟ। ਅਤੇ ਜੇ ਸੀਰੀਜ਼ 'ਚ ਪੜ੍ਹਦੇ ਪਏ ਹਾਂ ਤਾਂ ਇਨ ਸੀਰੀਜ਼ ਬੋਲਾਂਗੇ, ਜੇ ਇਨ ਪੈਰਲਲ 'ਚ ਬੋਲਦੇ ਪਏ ਹਾਂ ਤਾਂ ਇਨ ਪੈਰਲਲ। ਠੀਕ ਹੈ। ਸੋ ਆਪਣਾ ਜਿਹੜਾ ਟੌਪਿਕ ਹੋਏਗਾ, ਜੋ ਸਿਲੇਬਸ ਦੇ ਵਿੱਚ ਹੈਗਾ ਹੈ, ਉਹ ਹੈਗਾ ਹੈ LCR ਇਨ ਸੀਰੀਜ਼। ਸੋ ਸੀਰੀਜ਼ ਦੇ ਵਿੱਚ ਜਦੋਂ ਤਿੰਨੇ ਕਨੈਕਸ਼ਨ ਇਹਨਾਂ ਨੂੰ ਮਿਲਣਗੇ ਵਿਦ ਏਸੀ ਸਪਲਾਈ ਇਹਨਾਂ ਨੂੰ ਮਿਲਦੀ ਪਈ ਹੈ, ਉਹ ਬਿਹੇਵੀਅਰ ਅੱਜ ਦੇ ਆਪਣੇ ਟੌਪਿਕ ਹੋਏਗਾ ਕਿ ਇਹਨਾਂ 'ਚ ਆਪਾਂ ਨੂੰ ਟੋਟਲ ਓਪੋਜੀਸ਼ਨ ਕਿੰਨੀ ਮਿਲੇਗੀ ਸਰਕਟ ਦੇ ਵਿੱਚ। ਅਗਰ ਕਰੰਟ ਜਾ ਰਿਹਾ ਹੈ, ਏਸੀ ਕਰੰਟ ਜਾ ਰਿਹਾ ਹੈ ਸਰਕਟ ਦੇ ਵਿੱਚ, ਤਾਂ ਇਹਨਾਂ ਤਿੰਨਾਂ 'ਚ ਜੋ ਪਾਸ ਹੋ ਕੇ ਜਾਏਗਾ ਤਾਂ ਤਿੰਨਾਂ ਦੇ ਇੱਕ ਟੋਟਲ ਜਿਹੜੀ ਓਪੋਜੀਸ਼ਨ ਮਿਲੇਗੀ, ਓਪੋਜੀਸ਼ਨ ਕਿਹਨੂੰ ਮਿਲਣੀ ਚਾਹੀਦੀ ਹੈ, ਕਰੰਟ ਨੂੰ ਮਿਲਣੀ ਹੈ। ਉਹਨੂੰ ਰੋਕਣ ਨੂੰ, ਉਹਦੇ ਫਲੋ ਨੂੰ ਰੋਕਣ ਲਈ ਇੱਕ ਓਪੋਜੀਸ਼ਨ ਮਿਲੇਗੀ। ਉਹ ਓਪੋਜੀਸ਼ਨ ਨੂੰ ਕਿਹੜੇ ਸਿੰਬਲ ਨਾਲ ਆਪਾਂ ਡਿਨੋਟ ਕਰਾਂਗੇ ਅਤੇ ਉਹ ਓਪੋਜੀਸ਼ਨ ਜਿਹੜੀ ਹੈ ਉਹ ਕਿੰਨੀ ਮਿਲੇਗੀ, ਇੱਕ ਫਾਰਮੂਲਾ ਆਪਾਂ ਡਿਵੈਲਪ ਕਰਾਂਗੇ ਥਰੂ ਦਾ ਡੈਰੀਵੇਸ਼ਨ, ਥਰੂ ਦਾ ਡਾਇਗਰਾਮਸ। ਠੀਕ ਹੈ। ਸੋ ਉਹਦੇ ਥਰੂ ਆਪਾਂ ਨੂੰ ਪਤਾ ਲੱਗੇਗਾ ਕਿ ਅਗਰ ਟੋਟਲ ਵੋਲਟੇਜ ਆਪਾਂ ਨਿਕਾਲਣੀ ਹੋਵੇ ਜਾਂ ਕੁਛ ਵੀ ਆਪਣੇ ਕੋਲ ਅਨਨੋਨ ਕੁਆਂਟਿਟੀ ਹੋਏਗੀ, ਤਾਂ ਉਹ ਆਪਾਂ ਨੂਮੈਰੀਕਲਸ ਦੇ ਵਿੱਚ ਇਹਦੀ ਡੈਰੀਵੇਸ਼ਨ ਥਰੂ ਜੋ ਵੀ ਆਪਣੇ ਕੋਲ ਆਂਸਰਸ ਆਉਣਗੇ, ਉਹਦੀ ਹੈਲਪ ਨਾਲ ਆਪਾਂ ਲੱਭ ਸਕਾਂਗੇ। ਠੀਕ ਹੈ। ਸੋ ਵੈਲਕਮ ਟੂ ਮਾਈ ਕਲਾਸ। ਸੋ ਅੱਜ ਦਾ ਟੌਪਿਕ ਹੈਗਾ ਸੀਰੀਜ਼ LCR, RLC ਔਰ CLR, ਜੋ ਵੀ ਤੁਸੀਂ ਚਾਹੋ ਬੋਲ ਸਕਦੇ ਹੋ। ਠੀਕ ਹੈ। ਡਾਇਗਰਾਮਸ ਤੁਸੀਂ ਦੇਖਦੇ ਪਏ ਹੋ ਕਿ ਆਪਣੇ ਕੋਲ ਕੀ ਹੈਗਾ, ਇੱਕ LCR ਸਰਕਟ ਕਨੈਕਟ ਹੋਇਆ ਪਿਆ, R ਲੱਗਾ ਹੋਇਆ, L ਲੱਗਾ ਹੋਇਆ, C ਲੱਗਾ ਹੋਇਆ। ਮੀਨਸ ਕਿ ਆਪਣਾ ਰਜਿਸਟਰ ਲੱਗਾ ਹੋਣਾ ਚਾਹੀਦਾ, ਇੰਡਕਟਰ ਲੱਗਾ ਹੋਣਾ ਚਾਹੀਦਾ, ਕਪੈਸਿਟਰ ਲੱਗਾ ਹੋਣਾ ਚਾਹੀਦਾ, ਅਤੇ ਇਹਨਾਂ ਨੂੰ ਟੋਟਲ ਇੱਕ AC ਸਪਲਾਈ ਮਿਲਦੀ ਹੋਣੀ ਚਾਹੀਦੀ ਹੈ ਸਰਕਟ ਦੇ ਵਿੱਚ। ਅਤੇ ਇਹਨਾਂ ਟੋਟਲ ਨੂੰ ਆਪਾਂ ਕੀ ਬੋਲਾਂਗੇ, ਆਪਣੇ ਕੋਲ ਇੱਕ LCR ਸਰਕਟ ਸੀਰੀਜ਼ ਦੇ ਵਿੱਚ ਲੱਗਾ ਹੋਇਆ ਕਿਸੇ AC ਸੋਰਸ ਦੇ ਨਾਲ। ਠੀਕ ਹੈ। ਰੈਜ਼ਿਸਟੈਂਸ ਦੇ ਯੂਨਿਟ ਸਾਨੂੰ ਪਤਾ ਹੈ ਓਮ ਹੁੰਦੇ ਆ। ਇਸ ਤਰ੍ਹਾਂ ਜੇ ਪਿਓਰ ਇੰਡਕਟਰ ਲੱਗਾ L, ਉਹਦੇ ਯੂਨਿਟ ਹੈਨਰੀ ਹੋਣਗੇ। ਪਿਓਰ ਕਪੈਸਿਟਰ ਲੱਗਾ ਹੋਏਗਾ, ਉਹਦੇ ਯੂਨਿਟਸ ਆਪਣੇ ਕੋਲ ਫੈਰਡਸ ਹੋਣਗੇ। ਇਹ ਆਪਣਾ ਸਲਾਈਡ 'ਚ ਸ਼ੋ ਹੁੰਦਾ ਪਿਆ। ਨੈਕਸਟ, ਜਦੋਂ ਵੀ ਆਪਾਂ ਕੋਈ AC ਸਪਲਾਈ ਪ੍ਰੋਵਾਈਡ ਕਰਾਂਗੇ, ਠੀਕ ਹੈ, ਉਹਦੇ ਵਿੱਚ ਜਿਹੜੀ ਆਪਣੇ ਕੋਲ EMF ਜਾਂਦੀ ਹੋਏਗੀ, ਉਹ ਜਿਹੜੀ EMF ਜਾਂਦੀ ਪਈ ਹੋਏਗੀ ਉਹਨੂੰ ਆਪਾਂ ਬੋਲਾਂਗੇ ERMS, ਜਾਣੀ ਕਿ ਰੂਟ ਮੀਨ ਸਕੇਅਰ ਵੈਲਿਊ ਇੰਸਟੈਂਟੇਨੀਅਸ। ਠੀਕ ਹੈ। ਉਹ ਕਿਹਦੇ ਇਕੁਅਲ ਹੁੰਦੀ ਹੈ, ਆਪਣੇ ਕੋਲ ਕਿੰਨੀ ਮੈਕਸਿਮਮ ਆਪਣੇ ਕੋਲ ਜਾ ਰਹੀ ਹੈ E0, ਜਾਣੀ ਕਿ ਵੋਲਟੇਜ ਕਿੰਨੀ ਜਾ ਰਹੀ ਹੈ ਮੈਕਸਿਮਮ, ਅਤੇ ਲਾਗੇ ਇਹਦੇ ਲਾਗੇ ਕੀ ਹੋਏਗੀ, ਇੱਕ ਟ੍ਰਿਗਨੋਮੈਟ੍ਰਿਕ ਰੇਸ਼ੋ ਹੁੰਦੀ ਹੈ। ਉਹ ਕਿਹੜੀ ਹੁੰਦੀ ਹੈ, ਸਾਈਨ ਆਫ ਥੀਟਾ। ਸਾਈਨ ਕਰਵ ਮੀਨਸ ਕਿ ਆਪਾਂ ਮੋਸਟਲੀ ਪ੍ਰਜੈਂਟ ਕਰਦੇ ਹਾਂ ਜਦੋਂ ਵੀ ਆਪਾਂ ਕੋਈ ਵੇਵ ਫਾਰਮ ਡਰੋ ਕਰਨੀ ਹੋਏਗੀ। ਅਤੇ ਦੇਖਦੇ ਪਏ ਹੋ ਜਿਹੜੀ ਕਰਵ ਬਣੀ ਹੋਈ ਹੈ, ਆਹ ਵਾਲੀ ਕਰਵ ਹੈ ਜਿਹੜੀ ਇੱਕ ਸਾਈਨ ਕਰਵ ਹੈਗੀ ਹੈ। ਠੀਕ ਹੈ। ਅਤੇ ਇਹਦੇ ਵਿੱਚ 45 ਡਿਗਰੀ ਐਂਗਲ 'ਤੇ ਆਪਾਂ ਸਭ ਮਾਰਕਿੰਗ ਕੀਤੀ ਹੋਈ ਹੈ ਐਂਗਲਸ ਦੀ। ਇਹ ਕੰਪਲੀਟ ਇੱਕ ਵੇਵ ਹੈਗੀ ਹੈ ਜਿਹੜੀ ਉੱਪਰ ਨੂੰ ਜਾ ਰਹੀ ਹੈ। ਠੀਕ ਹੈ। ਨੈਕਸਟ ਤੋਂ ਨੀਚੇ ਨੂੰ ਜਾ ਰਹੀ ਹੈ। ਸੋ ਜਦੋਂ ਵੀ ਆਪਣੇ ਕੋਲ ਇੱਕ AC ਵੋਲਟੇਜ ਅਪਲਾਈ ਹੁੰਦੀ ਪਈ, ਆਪਾਂ ਇਸ ਇਕੁਏਸ਼ਨ ਦੇ ਨਾਲ ਉਹਨੂੰ ਰਿਪਰੈਜ਼ੈਂਟ ਕਰਨਾ ਹੁੰਦਾ ਹੈ। ਜਿਹੜੀ ਆਹ ਵਾਲੀ ਇਕੁਏਸ਼ਨ ਲਿਖੀ ਹੋਈ ਹੈ E ਮੈਕਸਿਮਮ ਸਾਈਨ ਥੀਟਾ। E ਮੈਕਸਿਮਮ ਮਤਲਬ ਆਪਾਂ E0 ਵੀ ਲਿਖ ਸਕਦੇ ਹਾਂ। ਠੀਕ ਹੈ। ਜੋ ਮੈਂ ਇੱਥੇ ਰਿਪਰੈਜ਼ੈਂਟ ਕੀਤਾ ਹੋਇਆ, ਇਹ ਆਪਣੀ ਕੀ ਹੈ, AC ਵੋਲਟੇਜ ਦੀ ਇਕੁਏਸ਼ਨ ਜਾ ਰਹੀ ਹੈ। ਠੀਕ ਹੈ। ਨੈਕਸਟ, ਹੁਣ ਪਿਛਲੀਆਂ ਆਪਣੀਆਂ ਕਲਾਸਿਸ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਕਿ ਜਦੋਂ ਵੀ ਇੱਕ ਪਿਓਰ ਅਗਰ ਰਜਿਸਟਰ ਲੱਗਾ ਹੋਏਗਾ AC ਸਰਕਟਸ ਦੇ ਵਿੱਚ, ਠੀਕ ਹੈ, ਤਾਂ ਉਹਦੇ ਵਿੱਚ ਜਿਹੜੀ ਡਾਇਗਰਾਮ ਬਣੇਗੀ ਉਹ ਆਪਣੀ ਇਹ ਵਾਲੀ ਡਾਇਗਰਾਮ ਬਣੇਗੀ, ਜਿਹਨੂੰ ਆਪਾਂ ਇੱਕ ਰਜਿਸਟਰ ਦੇ ਨਾਲ AC ਸੋਰਸ ਨੂੰ ਕਨੈਕਟ ਕੀਤਾ ਹੋਏਗਾ। ਅਤੇ ਜਦੋਂ ਵੀ ਰਜਿਸਟਰ ਲੱਗਾ ਹੋਏਗਾ, ਤੁਸੀਂ ਇੱਕ ਗੱਲ ਯਾਦ ਰੱਖਣੀ ਹੈ, ਜਦੋਂ ਵੀ ਉਹਦੀ ਵੇਵ ਫਾਰਮ ਡਾਇਗਰਾਮ ਬਣਦੀ ਹੈ
ਤਾਂ ਵੇਵਫਾਰਮ ਡਾਇਗਰਾਮ ਦੇ ਅਕੋਰਡਿੰਗ ਜਿਹੜਾ ਆਪਾਂ ਕਰੰਟ ਤੇ ਵੋਲਟੇਜ ਹੈ ਉਹ ਦੋਨੋਂ ਸੇਮ ਫੇਜ਼ ਦੇ ਵਿੱਚ ਡਰਾ ਕਰਦੇ ਹਾਂ। ਸੇਮ ਫੇਜ਼ ਦਾ ਬੱਚੇ ਕੀ ਮਤਲਬ ਹੁੰਦਾ ਹੈ? ਸੇਮ ਫੇਜ਼ ਦਾ ਮਤਲਬ ਹੁੰਦਾ ਹੈ ਕਿ ਜਦੋਂ ਹੀ ਵੋਲਟੇਜ ਸਟਾਰਟ ਹੋ ਗਈ ਸੀ ਤੁਹਾਡੀ, ਜਦੋਂ ਵੋਲਟੇਜ ਸਟਾਰਟ ਹੋ ਗਈ ਹੈ ਓਰੀਜਨ ਤੋਂ, ਉਸੇ ਟਾਈਮ ਤੁਹਾਡਾ ਕਰੰਟ ਵੀ ਸਟਾਰਟ ਹੋ ਗਿਆ ਓਰੀਜਨ ਤੋਂ। ਠੀਕ ਹੈ, ਮੀਨਸ ਕਿ ਦੋਨੋਂ ਪੈਰਲਲ ਹੀ ਜਾ ਰਹੇ ਆ, ਬਿਲਕੁਲ ਸੇਮ ਟਾਈਮ 'ਤੇ ਜਾ ਰਹੇ ਆ। ਜਦੋਂ ਹੀ ਉਹਦੀ ਪੀਕ ਵੈਲਿਊ ਜਾ ਰਹੀ, ਉਹਦੀ ਵੀ ਪੀਕ ਵੈਲਿਊ ਜਾ ਰਹੀ ਹੋਏਗੀ। ਜਦੋਂ ਉਹ ਡਾਊਨਫਾਲ 'ਤੇ ਜਾ ਰਿਹਾ, ਉਸੇ ਟਾਈਮ ਉਹ ਵੀ ਡਾਊਨਫਾਲ 'ਤੇ ਜਾ ਰਿਹਾ। ਠੀਕ ਹੈ, ਸੋ ਵੋਲਟੇਜ ਐਂਡ ਕਰੰਟ ਕੀ ਹੁੰਦੇ ਆ? ਇਨ ਫੇਜ਼ ਹੁੰਦੇ ਆ। ਅਤੇ ਇਹ ਓਮਸ ਲਾ ਇਹ 'ਤੇ ਅਪਲਾਈ ਅਗਰ ਕਰੀਏ ਤਾਂ ਓਮਸ ਲਾ ਸਾਨੂੰ ਪਤਾ ਰਜਿਸਟਰ ਦੇ ਵਿੱਚ ਕਿਵੇਂ ਅਪਲਾਈ ਹੁੰਦਾ ਹੈ? I/R। ਠੀਕ ਹੈ, ਸੋ ਸਿੰਪਲ ਤੁਸੀਂ ਯਾਦ ਰੱਖਣਾ ਹੈ ਕਿ ਇਹਦੀ ਫੇਜ਼ਰ ਡਾਇਗਰਾਮ ਜਿਹੜੀ ਹੁੰਦੀ ਹੈ, ਜਿਹੜੀ ਵੇਵਫਾਰਮ ਡਾਇਗਰਾਮ ਹੁੰਦੀ ਹੈ, ਉਹਦੇ ਵਿੱਚ ਕਰੰਟ ਐਂਡ ਵੋਲਟੇਜ ਕੀ ਹੋਣੇ ਚਾਹੀਦੇ ਆ? ਇਨ ਫੇਜ਼ ਹੋਣੇ ਚਾਹੀਦੇ ਆ ਜਾਂ ਸੇਮ ਫੇਜ਼ ਵਿੱਚ ਹੋਣੇ ਚਾਹੀਦੇ ਆ। ਸੇਮ ਫੇਜ਼ ਦਾ ਮਤਲਬ ਤੁਸੀਂ ਆਪਣੀ ਦਿਮਾਗ 'ਚ ਇਹ ਰੱਖਣਾ ਹੈ ਬੱਚੇ ਕਿ ਕਰੰਟ ਅਤੇ ਵੋਲਟੇਜ ਸੇਮ ਟਾਈਮ 'ਤੇ ਸਟਾਰਟ ਹੋਣਗੇ, ਸੇਮ ਟਾਈਮ 'ਤੇ ਐਂਡ ਹੋਣਗੇ। ਕੋਈ ਵੀ ਇੱਕ ਜਣਾ ਅੱਗੇ ਨਹੀਂ ਹੈ, ਕੋਈ ਵੀ ਇੱਕ ਜਣਾ ਪਿੱਛੇ ਨਹੀਂ ਹੈ। ਠੀਕ ਹੈ, ਨੈਕਸਟ ਕੇਸ ਆਉਂਦਾ ਹੈ ਆਪਣੇ ਕੋਲ ਇੰਡਕਟਰ ਦਾ ਕੇਸ। ਇੰਡਕਟਰ ਅਗਰ ਇਕੱਲਾ AC ਸੋਰਸ ਦੇ ਵਿੱਚ ਲੱਗਾ ਹੋਏਗਾ ਤਾਂ ਉਹਦੀ ਡਾਇਗਰਾਮ ਕੀ ਹੋਏਗੀ? ਇਕੱਲਾ ਇੰਡਕਟਰ ਲੱਗਣ ਦੀ AC ਸੋਰਸ ਨਾਲ ਕਨੈਕਟ ਹੈਗਾ, ਇਹ ਵਾਲੀ ਡਾਇਗਰਾਮ ਟ੍ਰੇਸ ਹੋਏਗੀ। ਅਤੇ ਇੰਡਕਟਰ 'ਚ ਬੱਚੇ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਕਿ ਜਦੋਂ ਵੀ ਆਪਾਂ ਇਕੱਲਾ ਇੰਡਕਟਰ ਸਰਕਟ 'ਚ ਲਗਾਉਂਦੇ ਹਾਂ ਤਾਂ ਕਰੰਟ ਅਤੇ ਵੋਲਟੇਜ ਕਦੇ ਵੀ ਸੇਮ ਫੇਜ਼ 'ਚ ਨਹੀਂ ਮਿਲਣਗੇ। ਆਹ ਲਾਈਨ ਲਿਖੀ ਹੋਈ ਹੈ। ਠੀਕ ਹੈ, ਇਹਦੇ ਵਿੱਚ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ ਕਿ ਜਿਹੜਾ ਆਪਣੇ ਕੋਲ ਕਰੰਟ ਹੁੰਦਾ ਹੈ ਉਹ ਕਿੰਨੇ ਐਂਗਲ ਨਾਲ ਪਿੱਛੇ ਰਹੇਗਾ? π/2 ਐਂਗਲ ਨਾਲ ਪਿੱਛੇ ਰਹੇਗਾ। ਕਹਿਣ ਦਾ ਮਤਲਬ ਕਿ ਵੋਲਟੇਜ ਤੁਹਾਡੀ ਸਟਾਰਟ ਹੋ ਗਈ, ਜੋ ਤੁਸੀਂ ਸਾਈਨ ਦੀ ਵੇਵ ਬਣਾਈ, ਵੋਲਟੇਜ ਦੀ ਪਹਿਲਾਂ ਸਟਾਰਟ ਕਰ ਦੇਣੀ ਓਰੀਜਨ ਤੋਂ। ਠੀਕ ਹੈ, ਪਰ ਜਿਹੜਾ ਕਰੰਟ ਹੋਏਗਾ ਉਹ ਤੁਸੀਂ 90 ਐਂਗਲ ਤੋਂ ਸਟਾਰਟ ਕਰਨਾ ਹੈ। ਜਾਂ ਤਾਂ 90 ਐਂਗਲ, ਹਾਂ ਆਪਾਂ ਪਿੱਛੇ ਡਾਇਗਰਾਮਸ ਤੋਂ ਦੇਖਿਆ ਹੈ ਕਿ 90 ਐਂਗਲ ਕਿੱਥੇ ਬਣਦਾ ਸੀਗਾ? ਇਹ ਸੈਂਟਰ ਪੁਆਇੰਟ 'ਤੇ ਬਣਦਾ ਇੱਥੇ 90 ਐਂਗਲ। ਠੀਕ ਹੈ, ਉਹ 90 ਐਂਗਲ ਤੋਂ ਫਿਰ ਤੁਸੀਂ ਸਟਾਰਟ ਕਰੋਗੇ ਕਰੰਟ ਦੀ ਡਾਇਗਰਾਮ। ਇੰਡਕਟਰ ਦੇ ਕੇਸ ਵਾਸਤੇ ਮੈਂ ਦੱਸਦਾ ਪਿਆ। ਠੀਕ ਹੈ, 90 ਐਂਗਲ ਮਤਲਬ ਕਿ ਤੁਸੀਂ ਰੱਖਣਾ ਹੈ ਕੀ ਹੈ ਕਿ ਇਹ 90 ਐਂਗਲ ਕੀ ਹੁੰਦਾ? ਇਹਨੂੰ ਕੀ ਬੋਲਦਾ ਆਪਾਂ? ਫੇਜ਼ ਡਿਫਰੈਂਸ ਜਿਹੜਾ ਦੋਨਾਂ ਦੇ ਵਿੱਚ ਹੋਏਗਾ, ਵੋਲਟੇਜ ਅਤੇ ਕਰੰਟ ਦੇ ਵਿੱਚ, ਇਨ ਕੇਸ ਆਫ ਇੰਡਕਟਰ ਇਜ਼ ਕਨੈਕਟਿਡ ਟੂ ਦਾ AC ਸੋਰਸ। ਠੀਕ ਹੈ, ਸੋ π/2 ਦਾ ਡਿਫਰੈਂਸ ਹੋਏਗਾ। ਨੈਕਸਟ, ਅਗਰ ਕੈਪੈਸਿਟਰ ਲੱਗਾ ਹੋਵੇ, ਇਹ ਮੈਂ ਕਿਉਂ ਇੱਥੋਂ ਤੁਹਾਨੂੰ ਦੱਸਦਾ ਮੈਂ ਇਹ ਚੀਜ਼, ਕਿਉਂਕਿ ਇਹ ਚੀਜ਼ ਜਦੋਂ ਆਪਾਂ ਤਿੰਨੇ ਪੜ੍ਹਾਂਗੇ ਇਕੱਠੇ ਕੰਬਾਈਨ ਤਾਂ ਨੈਕਸਟ ਡੇ ਕੰਮ ਆਉਣੀ ਹੈ। ਠੀਕ ਹੈ, ਸੋ ਹਰੇਕ ਦਾ ਕੇਸ ਪਹਿਲਾਂ ਡਿਸਕਸ ਕਰਨਾ ਪਏਗਾ। ਹੁਣ ਅਗਰ ਪਿਓਰ ਕੈਪੈਸਿਟਰ ਲੱਗਾ ਹੋਏਗਾ ਸਰਕਟ 'ਚ ਤਾਂ ਉਹਦੀ ਡਾਇਗਰਾਮ ਆਪਣੇ ਕੋਲ ਆਵੇਗੀ। ਠੀਕ ਹੈ, ਕੈਪੈਸਿਟਰ ਨੂੰ AC ਸੋਰਸ ਨਾਲ ਜੋੜਿਆ ਹੋਇਆ ਹੈ। ਇਹਦੇ ਵਿੱਚ ਵੀ ਆਪਣੇ ਕੋਲ ਜਿਹੜਾ ਕਰੰਟ ਹੈ ਅਤੇ ਵੋਲਟੇਜ ਹੈ ਉਹ ਆਊਟ ਆਫ ਫੇਜ਼ ਹੋਣਗੇ, ਜਾਣੀ ਕਿ ਇਨ ਫੇਜ਼ ਨਹੀਂ ਹੋਣਗੇ, ਸੇਮ ਫੇਜ਼ 'ਚ ਨਹੀਂ ਹੋਣਗੇ, ਹਮੇਸ਼ਾ ਆਊਟ ਆਫ ਫੇਜ਼ ਹੋਣਗੇ। ਆਊਟ ਆਫ ਫੇਜ਼ ਕਿੰਨਾ ਹੋਣਗੇ? ਹੁਣ ਵੀ ਕਿੰਨਾ ਹੋਏਗਾ ਆਊਟ ਆਫ ਫੇਜ਼? ਦੋਵਾਂ 'ਚ 90 ਐਂਗਲ ਦਾ ਹੀ ਹੋਏਗਾ, ਜਾਣੀ ਕਿ π/2 ਐਂਗਲ ਦਾ ਫੇਜ਼ ਡਿਫਰੈਂਸ ਹੋਏਗਾ। ਬਟ ਇਹਦੇ ਵਿੱਚ ਤੁਸੀਂ ਇਹ ਚੀਜ਼ ਯਾਦ ਰੱਖਣੀ ਹੈ ਕਿ ਇਹਦੇ ਵਿੱਚ ਜਿਹੜਾ ਕਰੰਟ ਹੋਏਗਾ ਉਹ ਪਹਿਲਾਂ ਸ਼ੋ ਹੋਏਗਾ, ਕਰੰਟ ਪਹਿਲਾਂ ਆਏਗਾ, ਅਤੇ ਵੋਲਟੇਜ ਜਿਹੜਾ ਹੈ ਉਹ ਬਾਅਦ 'ਚ ਆਏਗਾ। ਪਹਿਲਾਂ ਇਹਦੇ ਵਿੱਚ ਕਰੰਟ ਨੂੰ ਆਪਾਂ ਪਲੋਟ ਕਰਾਂਗੇ। 90 ਐਂਗਲ ਦਾ ਫੇਜ਼ ਡਿਫਰੈਂਸ ਹੈ, ਉਸੇ ਤਰ੍ਹਾਂ ਪਹਿਲਾਂ ਤੁਸੀਂ ਕੀ ਕਰੋਗੇ? ਹੁਣ ਪਹਿਲਾਂ ਆਪਾਂ ਵੋਲਟੇਜ ਨਹੀਂ ਡਰੋ ਕਰਨੀ, ਆਪਾਂ ਪਹਿਲਾਂ ਕਰੰਟ ਡਰੋ ਕਰਾਂਗੇ ਸਾਈਨ ਵੇਵ ਬਣਾ ਕੇ। 90 ਐਂਗਲ ਦਾ ਆਪਾਂ ਪਤਾ ਇੱਥੇ ਕਿ ਸ਼ੋ ਹੁੰਦਾ ਹੈ, ਸੋ 90 ਐਂਗਲ ਤੋਂ ਤੁਸੀਂ ਕੀ ਸ਼ੋ ਕਰ ਦੋਗੇ? ਬਾਅਦ 'ਚ ਵੋਲਟੇਜ ਦੀ ਵੇਵ ਸ਼ੋ ਕਰ ਦੋਗੇ। ਸੋ ਕਰੰਟ ਪਹਿਲਾਂ ਆਉਂਦਾ ਹੈ, ਵੋਲਟੇਜ ਬਾਅਦ 'ਚ ਆਉਂਦੀ ਹੈ। ਕਿੰਨੇ ਐਂਗਲ 'ਤੇ ਆਉਂਦੀ ਹੈ? π/2 ਤੋਂ ਸਟਾਰਟ ਹੁੰਦੀ ਹੈ, ਜਾਣੀ ਕਿ ਇਹਨਾਂ 'ਚ ਫੇਜ਼ ਐਂਗਲ ਕਿੰਨਾ ਹੁੰਦਾ ਹੈ? π/2 ਦਾ ਹੁੰਦਾ ਹੈ। ਸੋ ਕਪੈਸਿਟਰ 'ਚ ਵੀ 90 ਐਂਗਲ ਦਾ ਫੇਜ਼ ਡਿਫਰੈਂਸ ਹੈਗਾ ਕਰੰਟ ਅਤੇ ਵੋਲਟੇਜ ਦੇ ਵਿੱਚ, ਅਤੇ ਇੰਡਕਟਰ ਦੇ ਵਿੱਚ ਵੀ 90 ਐਂਗਲ ਦਾ ਫੇਜ਼ ਡਿਫਰੈਂਸ ਹੈਗਾ ਵੋਲਟੇਜ ਅਤੇ ਕਰੰਟ ਦੇ ਵਿੱਚ। ਠੀਕ ਹੈ, ਹਾਂਜੀ ਬੱਚੇ, ਨੈਕਸਟ ਆਪਣੇ ਕੋਲ ਆਉਂਦਾ ਹੈ ਕਿ ਆਪਾਂ ਇੰਡਕਟਿਵ ਰਿਐਕਟੈਂਸ ਬਾਰੇ ਪੜ੍ਹਨਾ ਹੈ ਕਿ ਇਹ ਕੀ ਹੁੰਦੀ ਹੈ। ਇੰਡਕਟਿਵ ਰਿਐਕਟੈਂਸ, ਪਹਿਲਾਂ ਤਾਂ ਸਿੰਪਲ ਪਤਾ ਹੋਵੇ ਰਿਐਕਟੈਂਸ ਕੀ ਹੁੰਦੀ ਹੈ। ਰਿਐਕਟੈਂਸ ਕੀ ਹੈ? ਇੱਕ ਤਰ੍ਹਾਂ ਦੀ ਉਸ ਤਰ੍ਹਾਂ ਜਿਵੇਂ ਰੈਜ਼ਿਸਟੈਂਸ ਹੁੰਦੀ ਹੈ, ਇੱਕ ਓਪੋਜੀਸ਼ਨ ਮਿਲਦੀ ਹੈ ਕਰੰਟ ਨੂੰ ਜਦੋਂ ਰਜਿਸਟਰ ਲੱਗਾ ਹੋਵੇ, ਉਸੇ ਤਰ੍ਹਾਂ ਜਦੋਂ ਇੱਕ ਇੰਡਕਟਰ ਸਰਕਟ 'ਚ ਲੱਗਾ ਹੋਏਗਾ, ਇੰਡਕਟਰ ਸਰਕਟ 'ਚ ਲੱਗਾ ਹੋਏਗਾ ਤਾਂ ਉਹ ਜਿਹੜੀ ਓਪੋਜੀਸ਼ਨ ਇੱਕ AC ਕਰੰਟ ਨੂੰ ਮਿਲੇਗੀ ਥਰੂ ਦਾ ਇੰਡਕਟਰ, ਉਹਨੂੰ ਰਜਿਸਟੈਂਸ ਨੂੰ ਆਪਾਂ ਬੋਲਾਂਗੇ ਇੰਡਕਟਰ ਦੇ ਕੇਸ ਵਾਸਤੇ ਇੰਡਕਟਿਵ ਰਿਐਕਟੈਂਸ। ਇੰਡਕਟਿਵ ਰਿਐਕਟੈਂਸ ਨੂੰ ਯਾਦ ਰੱਖੋ ਆਪਾਂ ਕਿਹੜੇ ਸਿੰਬਲ ਨਾਲ ਡਿਨੋਟ ਕਰਾਂਗੇ? ਇੰਡਕਟਿਵ ਰਿਐਕਟੈਂਸ ਆਪਾਂ ਸਿੰਬਲ ਰੱਖਿਆ ਹੋਇਆ ਹੈ XL। ਠੀਕ ਹੈ, ਸੋ ਇੰਡਕਟਿਵ ਰਿਐਕਟੈਂਸ ਦਾ ਸਿੰਬਲ ਹੁੰਦਾ ਹੈ XL।
ਇਹਦੇ ਵਾਸਤੇ ਆਪਾਂ ਸਿੰਪਲ ਓਮਸ ਲਾ ਹੀ ਅਪਲਾਈ ਕਰਦੇ ਹਾਂ। ਸਾਨੂੰ ਕਰੰਟ ਪਤਾ ਹੈ ਅਗਰ, ਤੇ ਇਹ ਇੰਡਕਟਰ ਦੀ ਰੈਜ਼ਿਸਟੈਂਸ ਪਤਾ ਹੈ ਜਿਹਨੂੰ ਆਪਾਂ XL ਬੋਲਦੇ ਹਾਂ, ਤੇ ਇਹ ਵਾਲਾ ਫਾਰਮੂਲਾ ਅਪਲਾਈ ਕਰਕੇ ਹੀ ਆਪਾਂ ਸਾਰੀਆਂ ਕੁਆਂਟੀਟੀਜ਼ ਨੂੰ ਕੀ ਕਰ ਸਕਦੇ ਹਾਂ, ਫਾਈਂਡ ਆਊਟ ਕਰ ਸਕਦੇ ਹਾਂ। ਬਟ ਇਹਦੇ ਵਿੱਚ ਇੱਕ ਹੋਰ ਚੀਜ਼ ਤੁਸੀਂ ਯਾਦ ਰੱਖਣੀ ਹੁੰਦੀ ਹੈ, ਉਹ ਕੀ ਹੁੰਦੀ ਹੈ ਕਿ ਜਿਹੜੀ ਇੰਡਕਟਿਵ ਰਿਐਕਟੈਂਸ ਹੁੰਦੀ ਹੈ ਉਹਦਾ ਅਗੇਨ ਇੱਕ ਨੈਕਸਟ ਫਾਰਮੂਲਾ ਹੁੰਦਾ ਹੈ ਇੰਡਕਟਿਵ ਰਿਐਕਟੈਂਸ ਦਾ, ਕਿਉਂਕਿ AC ਸਪਲਾਈ ਜਾ ਰਹੀ ਹੈ। AC ਸਪਲਾਈ ਦੀ ਤੁਹਾਨੂੰ ਪਤਾ ਇੱਕ ਫ੍ਰੀਕੁਐਂਸੀ ਹੁੰਦੀ ਹੈ, ਠੀਕ ਹੈ। ਘਰਾਂ 'ਚ ਜਿਵੇਂ ਆਪਣੀ ਫ੍ਰੀਕੁਐਂਸੀ ਆਉਂਦੀ ਹੈ ਸੋਰਸ ਦੀ, ਉਹ ਫ੍ਰੀਕੁਐਂਸੀ ਹੈ। ਇੰਡੀਆ 'ਚ ਕਿੰਨੀ ਫ੍ਰੀਕੁਐਂਸੀ ਆਉਂਦੀ ਹੈ AC ਸੋਰਸ ਦੀ? 50 ਹਰਟਜ਼ ਆਉਂਦੀ ਹੈ ਹਾਊਸ ਹੋਲਡ ਸਪਲਾਈ ਦੇ ਵਿੱਚ, ਅਤੇ ਵੋਲਟੇਜ ਕਿੰਨੀ ਆਉਂਦੀ ਹੈ? 220 ਵੋਲਟ ਆਉਂਦੀ ਹੈ। ਉਹ ਆਪਾਂ ਨੂੰ ਵੈਸੇ ਪਤਾ ਹੈ ਕਿ ਫਿਕਸ ਇੰਨੀ ਹੈਗੀ ਹਾਊਸ ਹੋਲਡ ਪਰਪਸਿਸ ਲਈ, ਠੀਕ ਹੈ। ਸੋ ਉਸੇ ਤਰ੍ਹਾਂ ਜਿਵੇਂ XL ਹੈ, XL ਦੀ ਇੱਕ ਫਾਰਮੂਲਾ ਹੈਗਾ ਕਿ ਇਹਦੇ ਵਿੱਚ ਫ੍ਰੀਕੁਐਂਸੀ ਦਾ ਇੱਕ ਲਿੰਕ ਆਉਂਦਾ ਹੈ, ਠੀਕ ਹੈ, ਕਿਉਂਕਿ ਫ੍ਰੀਕੁਐਂਸੀ ਨਾਲ ਡੀਲ ਕਰੇਗੀ। ਫ੍ਰੀਕੁਐਂਸੀ ਦੇ ਅਕੋਰਡਿੰਗ ਇਹ ਵੇਰੀ ਕਰੇਗੀ ਕਿ AC ਨੂੰ ਮੈਂ ਰੋਕਣਾ ਮੈਂ ਕਿ ਨਹੀਂ ਰੋਕਣਾ, ਠੀਕ ਹੈ। ਸੋ ਇਹਦਾ ਜਿਹੜਾ ਫਾਰਮੂਲਾ ਹੁੰਦਾ ਹੈ ਫ੍ਰੀਕੁਐਂਸੀ ਦਾ, ਉਹ ਹੁੰਦਾ ਹੈ ਓਮੇਗਾ L, ਅਤੇ ਓਮੇਗਾ ਕੀ ਹੁੰਦੀ ਹੈ ਤੁਹਾਡੀ ਐਂਗੂਲਰ ਫ੍ਰੀਕੁਐਂਸੀ। ਐਂਗੂਲਰ ਫ੍ਰੀਕੁਐਂਸੀ ਕਿਹਦੇ ਕੋਲ ਹੁੰਦੀ ਹੈ? 2 ਪਾਈ ਨਿਊ। ਸੋ 2 ਪਾਈ ਨਿਊ ਇਸ ਦਾ ਫਾਰਮੂਲਾ ਹੁੰਦਾ, ਜਾਣੀ ਕਿ ਆਪਣੇ ਕੋਲ ਇੱਕ 2 ਫੈਕਟਰ ਆਉਂਦਾ ਹੈ, ਪਾਈ ਆਪਾਂ ਨੂੰ ਪਤਾ 3.14 ਵੈਲਿਊ ਹੁੰਦੀ ਹੈ, ਅਤੇ ਇੱਕ ਆਉਂਦਾ ਨਿਊ। ਨਿਊ ਆਪਾਂ ਬੋਲਦੇ ਹਾਂ ਸਿੰਪਲ ਫ੍ਰੀਕੁਐਂਸੀ ਜਿਹੜੀ ਆਉਂਦੀ ਪਈ ਹੈ। ਓਮੇਗਾ ਜਿਹੜੀ ਹੁੰਦੀ ਉਹਨੂੰ ਆਪਾਂ ਬੋਲਦੇ ਹਾਂ ਐਂਗੂਲਰ ਫ੍ਰੀਕੁਐਂਸੀ, ਜਿਹੜੀ XL ਦੇ ਫਾਰਮੂਲੇ ਵਿੱਚ ਆਉਂਦੀ ਪਈ ਹੈ। ਐਲ ਤੁਹਾਨੂੰ ਪਤਾ ਕੀ ਹੁੰਦੀ ਹੈ? ਇੰਡਕਟੈਂਸ, ਠੀਕ ਹੈ, ਜਿਹਦੇ ਯੂਨਿਟ ਕੀ ਹੁੰਦੇ ਆ? ਹੈਨਰੀ। ਅਤੇ ਟੋਟਲ ਇਹਦੇ ਯੂਨਿਟ ਕੀ ਹੁੰਦੇ ਆ XL ਦੇ? ਓਮ। ਸੋ ਟੋਟਲ ਇਹ ਵੀ ਇੱਕ ਰਜਿਸਟੈਂਸ ਹੀ ਹੈਗੀ ਹੈ, ਬਟ ਇਹ ਉਸ ਕੇਸ 'ਚ ਆਉਂਦੀ ਹੈ ਜਦੋਂ ਇੰਡਕਟਰ ਲੱਗਾ ਹੋਏਗਾ ਅਤੇ AC ਸਪਲਾਈ ਨੂੰ ਮਿਲਦੀ ਪਈ ਹੈ, ਅਤੇ ਇੰਡਕਟਰ ਨੇ ਇਸ ਜਿਹੜਾ AC ਕਰੰਟ ਨੂੰ ਰੋਕਣਾ ਹੈ, ਤਾਂ ਉਹ ਕਿੰਨੀ ਵੈਲਿਊ ਨਾਲ ਰੋਕੇਗਾ, ਸਾਨੂੰ ਇੰਡਕਟਰ ਦੀ ਰਿਐਕਟੈਂਸ ਪਤਾ ਹੋਣੀ ਚਾਹੀਦੀ ਹੈ। ਜਿਹਦੇ ਵਿੱਚ ਫਾਰਮੂਲੇ 'ਚ ਕੀ ਆਉਂਦਾ? ਇੱਕ ਓਮੇਗਾ ਆਉਂਦਾ, ਇੱਕ L ਆਉਂਦਾ। ਓਮੇਗਾ ਨੂੰ ਆਪਾਂ ਬੋਲਦੇ ਹਾਂ ਐਂਗੂਲਰ ਫ੍ਰੀਕੁਐਂਸੀ, ਜਿਹਦਾ ਫਾਰਮੂਲਾ ਹੁੰਦਾ 2 ਪਾਈ ਨਿਊ। ਨਿਊ ਹੁੰਦੀ ਹੈ ਫ੍ਰੀਕੁਐਂਸੀ, ਜਿਵੇਂ ਮੈਂ 50 ਹਰਟਜ਼ ਆਉਂਦੀ, ਮੈਂ 50 ਪੁੱਟ ਕਰ ਦੂੰਗਾ, ਮੈਨੂੰ ਓਮੇਗਾ ਮਿਲ ਜੂਗਾ। L ਦੀ ਵੈਲਿਊ ਪਤਾ ਹੈ ਕਿ ਕਿੰਨੇ ਇੰਡਕਟੈਂਸ ਦਾ ਮੈਂ ਇੰਡਕਟਰ ਲਗਾਇਆ ਹੋਇਆ, ਮੈਂ ਇੱਥੇ ਪੁੱਟ ਕਰੂੰਗਾ, ਮੈਨੂੰ XL ਦੀ ਵੈਲਿਊ ਮਿਲ ਜਾਏਗੀ। XL ਦੀ ਵੈਲਿਊ ਮਿਲ ਗਈ ਅਤੇ ਮੈਂ ਇਹਦੇ ਯੂਨਿਟ ਲਗਾ ਦੂੰਗਾ ਓਮ, ਠੀਕ ਹੈ। ਸੋ ਇਹ ਆਪਾਂ ਨੂੰ ਫਾਈਂਡ ਆਊਟ ਕਰਨੀ ਆਉਣੀ ਚਾਹੀਦੀ ਹੈ। ਫ੍ਰੀਕੁਐਂਸੀ ਦੇ ਯੂਨਿਟ ਹੁੰਦੇ ਆ ਹਰਟਜ਼, ਠੀਕ ਹੈ। ਸੋ ਜਦੋਂ ਵੀ ਆਪਾਂ ਸਰਕਟ ਬਣਾਇਆ ਹੈ ਪ੍ਰੋਪਰ, ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਾਂ ਕਿਹੜੀ ਚੀਜ਼ ਲੱਭਣੀ ਹੈ ਅਤੇ ਉਹਦਾ ਫਾਰਮੂਲਾ ਕੀ ਹੈਗਾ। ਇਸੇ ਤਰ੍ਹਾਂ ਜਿਹੜੀ ਬੱਚੇ ਕਪੈਸਿਟਿਵ ਰਿਐਕਟੈਂਸ ਹੋਏਗੀ, ਉਹ ਉਦੋਂ ਮਿਲੇਗੀ ਜਦੋਂ ਕਪੈਸਿਟਰ ਜਿਹੜਾ ਹੋਏਗਾ ਨਾ, ਉਹ AC ਸੋਰਸ ਦੇ ਨਾਲ ਕਨੈਕਟ ਵਿੱਚ ਹੋਏਗਾ, ਅਤੇ ਉਦੋਂ ਜਿਹੜੀ ਕਪੈਸਿਟਿਵ ਰਿਐਕਟੈਂਸ ਮਿਲਦੀ ਹੈ ਉਹ ਤੁਹਾਨੂੰ ਮੈਂ ਦੱਸ ਦਿੰਦਾ ਹੈ। ਕਪੈਸਿਟਿਵ ਰਿਐਕਟੈਂਸ ਲਿਖਣ ਦਾ ਤਰੀਕਾ ਹੁੰਦਾ ਹੈ, ਜਿਵੇਂ ਇੰਡਕਟਰ ਨੂੰ ਆਪਾਂ XL ਨਾਲ ਡਿਨੋਟ ਕਰਦੇ ਹਾਂ, ਕਪੈਸਿਟਿਵ ਰਿਐਕਟੈਂਸ ਨੂੰ ਆਪਾਂ X ਦੇ ਪੈਚ C ਨਾਲ ਡਿਨੋਟ ਕਰਦੇ ਹਾਂ, ਠੀਕ ਹੈ। ਅਤੇ XC ਦਾ ਇੱਕ ਫਾਰਮੂਲਾ ਹੁੰਦਾ ਹੈ, ਜਿਵੇਂ XL ਦਾ ਫਾਰਮੂਲਾ ਹੈਗਾ ਓਮੇਗਾ L, ਅਤੇ XC ਦਾ ਫਾਰਮੂਲਾ ਕੀ ਹੁੰਦਾ ਹੈ? 1 ਓਮੇਗਾ ਅਤੇ C, ਜਿਹਦੇ 'ਚ ਓਮੇਗਾ ਕੀ ਹੁੰਦੀ ਹੈ? ਐਂਗੂਲਰ ਫ੍ਰੀਕੁਐਂਸੀ ਹੋਏਗੀ। ਓਮੇਗਾ ਉਸ ਤਰ੍ਹਾਂ ਤੁਹਾਡਾ ਹੋਏਗਾ 2 ਪਾਈ ਨਿਊ ਦਾ ਫਾਰਮੂਲਾ, ਠੀਕ ਹੈ। ਅਤੇ C ਕੀ ਹੁੰਦੀ? ਕਿੰਨੇ ਫੈਰਡ ਦਾ ਕਪੈਸਿਟਰ ਲੱਗਾ ਹੋਏਗਾ, ਉਹਦੀ ਵੈਲਿਊ, ਕਪੈਸਿਟੈਂਸ ਆਫ ਦੀ ਕਪੈਸਿਟਰ। ਸੋ ਇਹ ਜਿਹੜੀ ਰਿਐਕਟੈਂਸ ਹੈਗੀ ਹੈ, ਇਹ ਕਿਹਦੀ ਰਿਐਕਟੈਂਸ ਹੈਗੀ ਹੈ? ਕਪੈਸਿਟਰ ਦੀ ਹੋਏਗੀ, ਜਦੋਂ ਕਪੈਸਿਟਰ ਲੱਗਾ ਹੋਏਗਾ। ਅਗਰ ਇੰਡਕਟਰ ਲੱਗਾ ਹੋਏਗਾ ਤਾਂ ਉਹਦੀ ਹੁੰਦੀ ਹੈ ਓਮੇਗਾ L, ਜੋ ਕਪੈਸਿਟਰ ਲੱਗਾ ਹੋਏਗਾ ਉਹਦੀ ਵੈਲਿਊ ਹੋਏਗੀ 1 ਓਮੇਗਾ C। ਸੋ ਇਹ ਵੈਲਿਊ ਤੁਸੀਂ ਯਾਦ ਰੱਖਣੀ ਹੈ, ਅਤੇ ਇਹਨਾਂ ਦੋਵਾਂ 'ਤੇ ਤੁਸੀਂ ਜਦੋਂ ਓਮਸ ਲਾ ਅਪਲਾਈ ਕਰਦੇ ਹੋ, ਸਿੰਪਲ I ਦੇ ਲਾਗੇ ਕੀ ਰੱਖਣੀ ਹੈ? ਤੁਸੀਂ ਇੱਕ ਰਜਿਸਟੈਂਸ ਫੈਕਟਰ ਰੱਖਣਾ ਹੁੰਦਾ ਹੈ। ਅਗਰ ਰਜਿਸਟਰ ਲੱਗਾ ਤਾਂ A ਲਿਖੋਗੇ, ਇੰਡਕਟਰ ਲੱਗਾ ਤਾਂ XL ਲਿਖੋਗੇ, ਅਗਰ ਕਪੈਸਿਟਰ ਲੱਗਾ ਤਾਂ XC ਲਿਖੋਗੇ। ਤੁਹਾਡਾ ਉਹ ਓਮਸ ਲਾ ਅਪਲਾਈ ਹੋ ਜਾਏਗਾ ਉਸ ਐਲੀਮੈਂਟ 'ਤੇ, ਠੀਕ ਹੈ, ਕਲੀਅਰ ਹੈ। ਸੋ ਇਹ ਚੀਜ਼ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਬਾਕੀ ਪਿੱਛੇ ਆਪਾਂ ਕੇਸ ਉਹ ਡਿਸਕਸ ਕਰ ਚੁੱਕੇ ਹਾਂ ਕਿ ਕਰੰਟ ਕੌਣ ਅੱਗੇ ਜਾਂਦਾ ਅਤੇ ਕੌਣ ਪਿੱਛੇ ਜਾਂਦਾ, ਜਦੋਂ ਕਿਹੜਾ ਐਲੀਮੈਂਟ ਦੇ ਵਿੱਚ, ਠੀਕ ਹੈ। ਉਹ ਮੋਸਟ ਇੰਪੋਰਟੈਂਟ ਫੈਕਟਰ ਹੈਗਾ ਜਦੋਂ ਤੁਸੀਂ LCR ਸੀਰੀਜ਼ ਕੰਬਾਈਨਡ ਪੜ੍ਹੋਗੇ। ਸੋ ਨੈਕਸਟ ਸਲਾਈਡ ਵੱਲ ਮੂਵ ਕਰਦੇ ਆਪਾਂ। ਇਹ ਆਪਣੇ ਕੋਲ ਆ ਗਿਆ ਹੈ LCR ਸੀਰੀਜ਼ ਸਰਕਟ। ਇਹਦੇ ਵਿੱਚ ਆਪਣੇ ਕੋਲ ਇੰਡਕਟਰ ਵੀ ਲੱਗਾ ਹੈ, ਕਪੈਸਿਟਰ ਵੀ ਲੱਗਾ ਹੈ, ਰਜਿਸਟਰ ਵੀ ਲੱਗਾ ਹੈ, ਤਿੰਨੋਂ ਆਪਾਂ ਇੱਕ ਸੀਰੀਜ਼ 'ਚ ਲਗਾ ਕੇ AC ਸੋਰਸ ਨਾਲ ਕਨੈਕਟ ਕੀਤੇ ਹੋਏ ਆ। ਉਹਨਾਂ ਨਾਲ ਅਮੀਟਰ ਲੱਗਾ ਹੋਇਆ, ਜਿਹੜਾ ਅਮੀਟਰ ਕਰੰਟ ਦੀ ਰੀਡਿੰਗ ਨੋਟ ਕਰੇਗਾ, ਉਹ ਕਿਹੜਾ ਕਰੰਟ ਹੋਏਗਾ? RMS ਕਰੰਟ ਹੋਏਗਾ। ਜਿਹੜੇ ਵੋਲਟ ਮੀਟਰ ਲੱਗੇ ਹੋਏ ਆ ਇੰਡਕਟਰ, ਕਪੈਸਿਟਰ ਅਤੇ ਸਿੰਪਲ ਸੋਰਸ ਦੇ ਅਕਰੋਸ, ਉਹ ਕਿਹੜੀ ਵੈਲਿਊ ਵੋਲਟੇਜ ਨੋਟ ਕਰਦੇ ਆ? RMS ਵੈਲਿਊ ਨੋਟ ਕਰਦੇ ਆ। RMS ਦਾ ਮਤਲਬ ਕੀ ਹੁੰਦਾ ਹੈ? ਰੂਟ ਮੀਨ ਸਕੇਅਰ ਵੈਲਿਊ, ਜਿਹੜੀ ਜਾ ਰਹੀ ਹੋਏਗੀ ਇੰਸਟੈਂਟਲੀ। ਅਤੇ ਸਾਨੂੰ ਤਿੰਨਾਂ ਦਾ ਹੁਣ ਮਤਲਬ ਪਤਾ ਹੈ ਕਿ ਅਗਰ ਰਜਿਸਟਰ ਲੱਗਾ ਹੈ ਤਾਂ ਇਹਦੇ ਵਿੱਚ ਕਰੰਟ ਅਤੇ ਵੋਲਟੇਜ ਦੋਨੋਂ ਸੇਮ ਟਾਈਮ 'ਤੇ ਸਟਾਰਟ ਹੁੰਦੇ ਆ, ਜਾਣੀ ਕਿ ਸੇਮ ਏਜ 'ਚ ਚੱਲਦੇ ਆ, ਠੀਕ ਹੈ। ਅਤੇ ਜਿਹੜਾ ਆਪਣੇ ਕੋਲ ਇੰਡਕਟਰ ਲੱਗਾ ਹੋਏਗਾ
उस केस सानूं पता है वोल्टेज पहलां आती है, करंट 90 डिग्री एंगल नाल बाद च आंदा है, जानि कि π/2 का की चलता है इन्हां दा फेज़ एंगल का डिफरेंस चलता है। सेम ही फेज़ एंगल डिफरेंस चलता है कैपेसिटर दे विच, बट इहदे विच पहलां कौन आएगा, करंट पहलां आएगा, वोल्टेज 90 एंगल नाल बाद विच आएगी। ठीक है, सो इन्हां दी जदों आपां फेज़ डायग्राम आपां तैयार करते हैं तो आह वाली फेज़र डायग्राम जी आप राइट हैंड साइड पर देखते पे हैं, ये आप ड्रॉ करते हैं जिहदे विच अपने को की लगा होया है, रजिस्टर लगा होया, आप एक्सएल नूं डिनोट किया होया, आप एक्स सी नूं डिनोट किया होया है। एक वैक्टर डायग्राम हैगी है, इत्थों आपां की बनानी हुंदी, कि पाइथागोरस थ्योरम लगा के एक पैरालोग्राम ड्रॉ करके पाइथागोरस थ्योरम लगा लेनी है। तो पाइथागोरस थ्योरम की कहती है कि एक हाइपोटेन्यूज का स्केयर जिहड़ा हुंदा है बेस का स्केयर प्लस परपेंडिकुलर स्केयर के सम के बराबर होएगा। ओ बी स्केयर इक्वल टू ओ ए स्केयर प्लस ए बी स्केयर। सो डायग्राम की हेल्प आप लैनी है। डायग्राम की हेल्प के अकॉर्डिंग अगर देखिए तो जो ओ बी स्केयर वो की रिप्रजेंट करता पाया टोटल रिजल्टेंट वोल्टेज। ठीक है, ओ ए जड़ा लाइन हैगी वो रिप्रजेंट करती पई है वोल्टेज अक्रॉस दी रजिस्टर जी जा रही होएगी। ठीक है, करंट भी इस डायरैक्शन जा रहा है क्योंकि करंट तो वोल्टेज सेम डायरैक्शन जाती है इन केस ऑफ रजिस्टेंस, तो करंट आप ओ ए लाइन ने ही रिप्रजेंट करना है। ठीक है, नैक्सट जोड़ा अपने को हैगा वी एल वोल्टेज जी 90 एंगल अबव शो करनी है इन केस ऑफ इंडक्टर। सो आप उपर पॉजिटिव वाई एक्सिस वाल ड्रॉ करनी होंगी है। ठीक है, तो जी अपने को कैपेसिटर की वोल्टेज होएगी वो आप नैगेटिव वाई एक्सिस वाल ड्रॉ करनी होंगी है, इसका रिएक्टेंस भी नैगेटिव एक्सिस वाल जाएगी। सो जो आप पाइथागोरस थ्योरम लगा के इन्हों की वैल्यूज पुट कीतियां, आप देखा कि जो आप इसे सपोज ये करके जाना कि जी इंडक्टर की वोल्टेज है वो ज़्यादा है कैपेसिटर की वोल्टेज नालों, इस आके वह जो फैक्टर बनेगा ना उपर पॉजिटिव एक्स बनेगा वी एल माइनस वी सी। तो जो आप पाइथागोरस थ्योरम लगाओगे फिर तुहाडा परपेंडिकुलर यही बनेगा वी एल माइनस वी सी, तो वह आप होल स्केयर करना पड़ेगा। ठीक है, सो होल स्केयर जो करोगे तुम अच्छा तुम देख सकते हो अपने को फिर स्केयर रूट बनेगा, फिर आप वी एल की वैल्यू भी पुट कर देंगे, वी सी की वैल्यू भी पुट कर देंगे, आई इन्होंने कॉमन निकाल के स्केयर रूट तो बाहर आ जाएगा। ठीक है, आई नूं अगर आप वी के थले प्लेस कर देंगे तो सानूं पता है वोल्टेज बाय करंट कि डेफिनेशन होंगी है, एक ओपोजिशन की डेफिनेशन होंगी है, एक रजिस्टेंस की डेफिनेशन होंगी है। जो तिन्ने कनैक्ट है ये वाले एलीमेंट्स तो फिर आप एक नवा सिंबल देने जेड फॉर्मूला आ गया। ये फॉर्मूले की हेल्प ना आप की लभ सकते हैं जो तिन्ने जॉइन होएगे सीरीज़ के AC सप्लाई इन्होंने मिलती पई है, तो आप लभन कहा जाए कि इन्होंने टोटल ओपोजिशन कितनी मिलती पई है, तो आप जेड लभांगे। तो जेड का ये वाला फॉर्मूला जोड़ा है ये तुम माइंड च रखना है। जेड नूं आप फिजिक्स के कहने की इंपीडेंस, ये इंपीडेंस की डेफिनेशन लिखी हुई है, ये की है इज़ द कंबाइंड ऑपोजिशन टू द AC करंट कंसिस्टिंग ऑफ बोथ रजिस्टेंस एंड रिएक्टेंस। बोथ रजिस्टेंस एंड रिएक्टेंस कौन कौन आ गए, इंडक्टिव रिएक्टेंस प्लस कैपेसिटिव रिएक्टेंस। सो ये फॉर्मूला तुम दिमाग च रखना है जो भी आप LCR सीरीज सर्किट की गल करते हैं तो कितनी ओपोजिशन मिलती है। सो जेड इक्वल टू स्केयर रूट ऑफ आर स्केयर प्लस कंबाइन करके फिर XL माइनस XC का होल स्केयर। ये काफ़ी इंपॉर्टेंट फॉर्मूला है। नैक्सट जो आप इन्हों के फेज़ एंगल की गल करिए तो फेज़ एंगल की आप देखिए तो आपको पता है कि जो आप केस 1 स्टडी करा, केस 1 आप किमें स्टडी करना है, ये केस 1 आप ये लैके चलना है कि ये इंडक्टर की रिएक्टेंस जी ज़्यादा है कैपेसिटर की रिएक्टेंस नालों। अगर इंडक्टर की रिएक्टेंस ज़्यादा है तो कैपेसिटर भी घट हैगी है, ये मतलब किहड़ा डोमीनेशन ज़्यादा होंदा पिया है, तो वह किहड़ा सर्किट बिहेव करेगा, तो वह RL सर्किट की तरह बिहेव करता पाया। RL सर्किट की तरह बिहेव करना मतलब कि कैपेसिटर का इन्ना रोल नहीं हैगा। ठीक है, उस केस जो फेज़ एंगल बनेगा पॉजिटिव बनेगा तो सानू पता है ये अगर इंडक्टर की गल करते तो आपको पता है करंट हमेशा की रहिंदा है पिछे रहिंदा है 90 एंगल ना। सो ये π/2 का एंगल का फेज़ डिफरेंस तो रहेगा ही, बट डोमीनेटेड किहड़ा होएगा रजिस्टर तो इंडक्टर, RL सर्किट डोमीनेट करेगा, बिहेव करेगा एज अ RL सर्किट। अगर आप ये सोच के चलीए केस 2 कि इंडक्टर की रिएक्टेंस घट है कैपेसिटर की रिएक्टेंस ज़्यादा है, तो उस केस तो ये जा रखना है कि फेज़ एंगल हमेशा नैगेटिव बनता है। उदों किद्दां ये बिहेव करेगा LCR सर्किट एक RC सर्किट की तरह बिहेव करेगा कि इंडक्टर लगा ही नहीं है, तो इंडक्टर नहीं लगा इन मीनस
कैपेसिटर तो लगा है ना, कैपेसिटर सानू पता है कि करंट हमेशा पहला आता है तो वोल्टेज बाद च आती है। सो करंट लीड करता उस केस वोल्टेज नू, ये फैक्टर तुसीं दिमाग च रखना है। थर्ड केस अगर देखिए, थर्ड केस कहता है अगर फेज़ एंगल जीरो हो जाए, फेज़ एंगल जीरो कदों होएगा, ये भी तुसीं बहुत मोस्ट इंपॉर्टेंट एक क्वेश्चन बनता है फिजिक्स के विच कि फेज़ एंगल जीरो हो तो यदा मतलब की है। फेज़ एंगल जो भी 0 डिग्री होएगा, 0 डिग्री होएगा तो इट मीनस तुहाडा जिन्नी इंडक्टर की रिएक्टेंस लगती पई है उन्नी ही कैपेसिटर की रिएक्टेंस लगती पई है। मैं फिर तो बोलता पाँ, जो भी 0 डिग्री एंगल का फेज़ डिफरेंस तुहानूं मिलता है उस केस च तुसीं ये रखना जिन्नी इंडक्टर की रिएक्टेंस मिलती पई है उन्नी कैपेसिटर की रिएक्टेंस मिलती पई, ये दोनों आपस च की हैगे ने, इक्वल हैगे ने। जो भी आपस इक्वल होणगे, ये मोस्ट इंपॉर्टेंट लाइन इत्थों एक मिलनी चीज़ आपां नूं, जो भी आपस दोनों इक्वल होणगे आपां नूं Z कितना मिलूगा, तो याद रखना Z कितना मिलता उस केस दे विच आपां नूं R मिलेगा। वेरी वेरी इंपॉर्टेंट ये सब केस है उसका, ठीक है। जो भी तुहाडे को XL ते XC बराबर हो जाती है तो तुहानूं ओपोजिशन LCR च कितनी मिली है, जिन्ना तुहाडे को रजिस्टर की रजिस्टेंस मिलती होएगी, ठीक है। तो जो भी रजिस्टेंस मिल गई इट मीनस करंट तो वोल्टेज आपस की हो जाएंगे, फिर इन फेज़ विच हो जाते हैं। तो पावर फैक्टर कितना मिलता है, यूनिटी मिलता है, ठीक है। ये मोस्ट इंपॉर्टेंट है, बच्चे याद रखना है। तो ये वाली कंडीशन जी होंगी है आप नैक्सट स्लाइड से पढ़ते हैं कि ये वाली कंडीशन आप की बोलते हैं, इस कंडीशन आप बोलते हैं रेजोनेंस। रेजोनेंस का मतलब जिथे भी तुहानूं पूछा जाए LCR च रेजोनेंस का मतलब की होंदा है, तो तुसीं एक गल करनी है कि वो केस होंदा है जो XL जिहड़ा XC के बराबर हो जाता है तो Z जिहड़ा तुहानूं R के बराबर मिल जाता है, वो की होंदी है रेजोनेंस च आ गया तुहाडा LCR सर्किट, ठीक है। रेजोनेंस बच्चे एक मोस्ट इंपॉर्टेंट एप्लीकेशन हैगी अपनी रेडियो सैट्स से तुसीं देखिया होएगा कि आप नोब नूं घुमाने हैं, नोब नूं घुमाउण नाल की हुंदा है, आप कैपेसिटर की कैपेसिटेंस नूं चेंज करते पे हैं। जो कैपेसिटर की फ्रीकुएंसी इहो जी मैच हो जाती है उस ट्रांसमीटर्स के नाल तो वो सिग्नल तुहाडा प्रॉपर कैचअप हुंदा है, ठीक है। रेजोनेंस की अगर प्रैक्टिकल वैसे आप एप्लीकेशन देखनी हो तो आपको पता है जो आप मान लो कोई गड्डी स्टार्ट की जां ट्रेन लंघ के जा रही है, तुहाडियां घर दीयां बारियां जिहड़ियां वो खड़कन लग पैंदियां। वो क्यों खड़कदियां, वो इस करके खड़कदियां क्योंकि जिहड़ी वो रेल गड्डी की फ्रीकुएंसी है जिहड़ी जा रही है उसकी फ्रीकुएंसी जिहड़ी है ਉਹਦੀ फ्रीकुएंसी ਤੁਹਾਡੀ ਬਾਰੀਆਂ ਦੇ ਸ਼ੀਸ਼ਿਆਂ ਦੀ फ्रीकुएंसी ਨਾਲ ਮੈਚਅਪ ਹੋ ਗਈ ਹੈ ਤੇ ਉਹ એનર્ਜੀ ਜਿਹੜੀ ਉਹ ਟਰਾਂਸਫਰ ਹੋ ਗਈ ਹੈ ਸ਼ੀਸ਼ੇ ਵੱਲ ਤੇ ਉਹ ਸ਼ੀਸ਼ਾ ਕੀ ਹੁੰਦਾ ਪਿਆ ਖੜਕਾ ਕਰਦਾ ਪਿਆ, ਠੀਕ ਹੈ। ਇਸੇ ਫਿਨੋਮੀਨਨ ਨੂੰ ਆਪਾਂ ਰੈਜ਼ੋਨੈਂਸ ਬੋਲਦੇ ਹਾਂ ਜਦੋਂ એનર્ਜੀ ਜਿਹੜੀ ਹੈ ਉਹ ਟਰਾਂਸਫਰ ਹੁੰਦੀ ਪਈ ਹੈ। ਸੋ ਇਹ ਚੀਜ਼ ਨੂੰ ਆਪਾਂ ਬੋਲਦੇ ਹਾਂ ਰੈਜ਼ੋਨੈਂਸ। तो ये जो फेज़ फाइनल अपने को बनेगा वो फेज़ का फॉर्मूला तो याद रखना है कि VL माइनस VC बाय VR भी लिख सकते हैं अगर न्यूमेरिकली कैलकुलेट करना हो, XL माइनस XC बाय RL ये लिख सकते हैं। अगर आप टैन उधर भेज देंगे तो अपना ये वाला फॉर्मूला अपन मिल जाएगा, इसलिए आ तुम देख सकते हो टैन फाई का मतलब है आप फेज़ एंगल लभते पे हैं उस LCR सर्किट वो टैन फाई आप किमें बनाया होगा, आ ट्रायंगल अपने लागे बनी पई है, इस ट्रायंगल पर टैन फाई अपलाई किया होया, फाई का फेज डिफरेंस है रिजल्टेंट दे विच ते करंट दे विच जिहड़ा बनया होया है, ठीक है। सो आ अपने को फाइनल जिहड़ी वेव फॉर्म बनती है वो तुहानूं बनाउणी आउणी चाहीदी। हुण टोटल सर्किट दे विच हुण LCR रेजोनेंस आपां तुहानूं ऑलरेडी दस चुके हैं बच्चे कि LCR रेजोनेंस की हुंदा है। LCR रेजोनेंस के जो आपको Z R के बराबर मिलना शुरू हो जाता है, XC XL के बराबर हो जाता है, आप बोलते हैं रेजोनेंस फिनोमिना अकर हो गया LCR सर्किट के विच, ठीक है। उस केस याद रखना है जो Z मिलता तुहानूं R के बराबर मिलता है, ये मतलब Z कितना मिलता है, मैक्सिमम मिलता है कि मिनिमम मिलता है, जान कि तुम कहोगे ये हमेशा की मिलता है, मिनिमम मिलता है। ये कंडीशन जो Z तुहानूं मिनिमम मिलेगा, अगर Z ओपोजिशन मिनिमम मिलती पई है जानी कि यह मतलब तुहानूं करंट की मिलूगा, फिर इस केस च मैक्सिमम मिलेगा। यानी कि रेजोनेंस वो कंडीशन होंदी है, वो कंडीशन होंदी है जो Z तुहानूं मिनिमम मिलता है तो करंट तुहानूं मैक्सिमम मिलता है LCR सर्किट दे विच। अगर तुम LCR सर्किट लगा होया है तो करंट मैक्सिमम चाहुंदे हो तो तुहानूं Z R के बराबर लियाना पएगा। Z R के बराबर कदों आएगा जो XC जिहड़ा वो XL के बराबर हो जाएगा, ठीक है। ये मोस्ट इंपॉर्टेंट क्वेश्चन होता है फिजिक्स के विच।
ਨੈਕਸਟ ਬੱਚੇ ਆਪਣੇ ਕੋਲ ਆਉਂਦੇ ਆ ਨੂਮੈਰੀਕਲਸ। ਜਿੰਨਾ ਵੀ ਅੱਜ ਦਾ ਆਪਾਂ ਟੌਪਿਕ ਪੜ੍ਹਿਆ, ਜੋ ਵੀ ਆਪਾਂ ਫਾਰਮ ਦੇ ਡੈਰੀਵੇਸ਼ਨਸ ਅੱਜ ਦੀਆਂ ਪੜ੍ਹੀਆਂ, ਉਹਦੇ ਬੇਸ 'ਤੇ ਆਪਣੇ ਕੋਲ ਨੂਮੈਰੀਕਲਸ ਬਣਦੀਆਂ ਨੇ। ਇੱਦਾਂ ਦੇ ਨੂਮੈਰੀਕਲਸ ਆਪਣੇ ਕੋਲ ਆ ਸਕਦੇ ਨੇ ਕਾਮਨਲੀ, ਜਿਹਦੇ ਵਿੱਚ ਤੁਹਾਨੂੰ ਇੰਡਕਟਰ ਦੀ ਵੈਲਿਊ ਦਿੱਤੀ ਹੋਵੇ, ਕਪੈਸਿਟਰ ਦੀ ਵੈਲਿਊ ਦਿੱਤੀ ਹੋਵੇ, ਰਜਿਸਟਰ ਦੀ ਵੈਲਿਊ ਦਿੱਤੀ ਹੋ ਸਕਦੀ ਹੈ, ਅਤੇ ਨਾਲ ਕੋਈ ਵੋਲਟੇਜ ਦਿੱਤੀ ਹੋਵੇ, ਅਤੇ ਤੁਹਾਨੂੰ ਕੁਛ ਲੱਭਣ ਨੂੰ ਕਿਹਾ ਜਾਵੇ ਅਨਨੋਨ ਕੁਆਂਟਿਟੀ। ਤਾਂ ਜਿੰਨੀ ਵੀ ਡੈਰੀਵੇਸ਼ਨਸ ਦੇ ਵਿੱਚ ਆਪਾਂ ਫਾਰਮੂਲੇ ਸਟੱਡੀ ਕੀਤੇ, ਚਾਹੇ ਉਹ ਐਕਸਐਲ ਦਾ ਹੋ ਗਿਆ, ਚਾਹੇ ਉਹ ਜ਼ੈਡ ਦਾ ਹੋ ਗਿਆ, ਚਾਹੇ ਉਹ ਓਮਸ ਦਾ ਅਪਲਾਈ ਕਰਕੇ ਹੋ ਗਿਆ, ਇਹੀ ਫਾਰਮੂਲੇ ਬੱਚੇ ਅਪਲਾਈ ਹੁੰਦੇ ਆ। ਓਮੇਗਾ ਦਾ ਫਾਰਮੂਲਾ ਵੀ ਹੋ ਸਕਦਾ ਹੈ 2π ਨਿਊ ਵਾਲਾ। ਇਹ ਫਾਰਮੂਲੇ ਅਪਲਾਈ ਕਰਕੇ ਤੁਹਾਨੂੰ ਓਬਜੈਕਟਿਵ ਕੁਐਸਚਨਸ ਜਿਹੜੇ ਉਹ ਟਰਾਈ ਕਰਨੇ ਹੋਣੇ ਚਾਹੀਦੇ ਆ। ਸੋ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਅਪਲਾਈ ਕਰਨ ਨੂੰ ਆ ਸਕਦੇ ਆ। ਸੈਕਿੰਡ ਕੁਐਸਚਨ ਇਹ ਵਾਲਾ ਹੈਗਾ, ਤੁਸੀਂ ਖੁਦ ਟਰਾਈ ਕਰਿਓ। ਅਗਰ ਕੁਛ ਵੀ ਹੋਏਗਾ ਤੁਸੀਂ ਆਪਣੇ ਟੀਚਰਸ ਦੀ ਹੈਲਪ ਲੈ ਸਕਦੇ ਹੋ। ਇਹ ਵਾਲਾ ਕੁਐਸਚਨ ਹੈਗਾ ਹੈ, ਇਹ ਵੀ ਤੁਹਾਨੂੰ ਇੱਕ LCR ਸਰਕਟ ਦੇ ਦਿੱਤਾ ਹੈ। ਤੁਹਾਨੂੰ ਕਹਿੰਦੇ ਪਏ ਕਿ ਵੈਲਿਊ ਆਫ V ਲੱਭ ਕੇ ਦੇਣੀ ਹੈ, V ਲੱਭ ਕੇ ਦੇਣੀ ਹੈ। ਅਗਰ ਆਹ ਵਾਲੀ ਡਾਇਗਰਾਮ ਹੈਗੀ ਹੈ, ਆਹ A ਅਤੇ B ਆਪਸ਼ਨ ਹੈ, C ਅਤੇ D ਆਪਸ਼ਨ ਮੈਂ ਦਿੱਤੀਆਂ ਨਹੀਂ ਹੈ। ਤੁਸੀਂ ਇਹਨਾਂ ਵਿੱਚੋਂ ਮੈਨੂੰ ਆਨਸਰ ਦੱਸ ਕੇ ਦੇਣਾ ਹੈ ਕਿ ਇਹਨਾਂ 'ਚ ਕੀ ਆਪਸ਼ਨ ਦਾ ਆਨਸਰ ਹੋ ਸਕਦਾ ਹੈ। ਲੈਟ ਅਸ ਟਰਾਈ ਕਿ ਇਸ ਕੁਐਸਚਨ ਨੂੰ ਆਪਾਂ ਟਰਾਈ ਕਰਦੇ ਹਾਂ ਕੁਐਸਚਨ ਕਰਨ ਲਈ, ਤਾਂ ਕਿ ਤੁਹਾਨੂੰ ਥੋੜ੍ਹਾ ਜਿਹਾ ਪਤਾ ਲੱਗੇ ਕਿਵੇਂ ਆਪਾਂ ਨੂਮੈਰੀਕਲ ਸੋਲਵ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਪਛਾਣ ਲਓ ਕਿ LCR ਸਰਕਟ ਹੈਗਾ, L ਲੱਗਾ, R ਲੱਗਾ ਅਤੇ C ਵੀ ਲੱਗਾ। AC ਸਪਲਾਈ ਨੂੰ ਮਿਲਦੀ ਪਈ ਹੈ, 1 ਐਂਪੀਅਰ ਦਾ ਕਰੰਟ ਜਾ ਰਿਹਾ, 30 ਓਮ ਦੀ R ਲੱਗੀ ਹੋਈ ਹੈ, ਠੀਕ ਹੈ। XL ਦੀ ਵੈਲਿਊ 40 ਓਮ ਹੈ, XC ਦੀ ਵੈਲਿਊ 80 ਓਮ ਹੈ। ਅਗਰ ਆਪਾਂ V ਲੱਭਣਾ ਹੈ ਤਾਂ ਓਮਸ ਨਾਲ ਕਹਿੰਦਾ V ਲੱਭਣ ਦਾ ਤਰੀਕਾ ਕੀ ਹੁੰਦਾ ਹੈ, ਕਰੰਟ ਜਿੰਨਾ ਜਾ ਰਿਹਾ ਤਾਂ ਉਹ 'ਚ ਟੋਟਲ ਆਪੋਜੀਸ਼ਨ ਜਿੰਨੀ ਜਾ ਰਹੀ ਹੈ, ਰੈਜ਼ਿਸਟੈਂਸ ਜਾ ਰਹੀ ਹੈ, ਉਹਦਾ ਆਨਸਰ। ਹੁਣ ਆਪਾਂ ਨੂੰ I ਤਾਂ ਪਤਾ ਹੈ 1 ਐਂਪੀਅਰ ਜਾ ਰਿਹਾ, ਬਟ Z ਨਹੀਂ ਪਤਾ। ਹੁਣ LCR Z ਲੱਭਣ ਦਾ ਫਾਰਮੂਲਾ ਹੁੰਦਾ ਹੈ, ਸਾਨੂੰ ਪਤਾ ਹੈ। ਮੈਂ ਹਿੰਟ ਦੇ ਰਿਹਾ, ਬਸ ਤੁਸੀਂ ਲੱਭ ਲੈਣਾ। Z ਲੱਭਣ ਦਾ ਫਾਰਮੂਲਾ ਕੀ ਹੁੰਦਾ ਹੈ, ਸਾਨੂੰ ਪਤਾ ਹੋਵੇ ਕਿ ਆਸਕੇ ਕਿੰਨਾ ਜਾ ਰਿਹਾ, ਕਿ ਜਿੰਨਾ XL ਅਤੇ XC ਹੈ ਉਹਦਾ ਡਿਫਰੈਂਸ ਲੈਣਾ ਹੈ। XL ਅਤੇ XC ਦਾ ਡਿਫਰੈਂਸ ਕਿੰਨਾ ਆਉਂਦਾ ਵੇ, 80 ਤੋਂ 40 ਕਰਨਗੇ, 40 ਆਉਣਗੇ, ਠੀਕ ਹੈ। ਸੋ ਸੋਚਦਾ ਮੈਂ ਇੱਥੇ ਡਾਇਰੈਕਟ 40 ਲਿਖਣ ਲੱਗਾ ਤਾਂ ਕਿ ਜ਼ਿਆਦਾ ਨਾ ਲੈਂਥੀ ਹੋਵੇ। ਸਕੇਅਰ ਉਹਦਾ ਕਰਨਾ ਪਏਗਾ। ਆਰ ਦੀ ਵੈਲਿਊ ਇੱਥੇ ਆਪਾਂ ਲਿਖ ਸਕਦੇ ਹਾਂ, ਆਰ ਦੀ ਵੈਲਿਊ ਕਿੰਨੀ ਦਿੱਤੀ, ਨੈਕਸਟ ਸਟੈਪ 'ਚ ਆਪਾਂ ਲਿਖ ਸਕਦੇ ਹਾਂ। ਇੱਥੇ ਆਊਗਾ 30 ਦਾ ਸਕੇਅਰ, 30 ਦਾ ਸਕੇਅਰ ਬਣ ਜਾਣਾ ਅਤੇ ਇੱਥੇ 40 ਦਾ ਸਕੇਅਰ ਬਣ ਜਾਣਾ। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ 2500 ਦਾ ਸਕੇਅਰ ਰੂਟ ਬਣੇਗਾ, 2500 ਦਾ ਸਕੇਅਰ ਰੂਟ ਬਣੇਗਾ। ਜੋ 2500 ਦਾ ਸਕੇਅਰ ਰੂਟ ਕੀ ਹੁੰਦਾ ਹੈ, 50 ਆਨਸਰ ਆ ਗਿਆ। ਹੁਣ ਜਦੋਂ 50 ਆਨਸਰ ਆ ਗਿਆ, ਨੈਕਸਟ ਆਪਾਂ ਕਿੱਥੇ ਜਾਣਾ ਹੈ, ਜੋ ਨੈਕਸਟ 50 ਆਨਸਰ ਆ ਗਿਆ, ਉਹ 50 ਆਪਾਂ ਕਿੱਥੇ ਪੁੱਟ ਕਰਾਂਗੇ ਬੱਚੇ, ਉਹ ਆਪਾਂ Z ਵਾਲੀ ਵੈਲਿਊ 'ਤੇ ਪੁੱਟ ਕਰ ਦੇਣੇ ਆ। Z ਵਾਲੀ ਵੈਲਿਊ 'ਤੇ ਜਦੋਂ ਆਪਾਂ ਪੁੱਟ ਕਰਾਂਗੇ ਇੱਥੇ 50, ਸਾਨੂੰ ਪਤਾ ਕਰੰਟ ਦੀ ਵੈਲਿਊ 1 ਹੈਗੀ, Z ਦੀ ਵੈਲਿਊ ਕਿੰਨੀ ਹੈਗੀ, 50। ਅਤੇ ਜਦੋਂ ਆਪਾਂ ਇੱਥੇ ਆਨਸਰ ਵੇਖਿਆ ਕਿੰਨਾ ਆ ਗਿਆ, 50। ਵੋਲਟੇਜ ਦੀ ਯੂਨਿਟ ਹੁੰਦੀ ਹੈ ਵੋਲਟ, ਤਾਂ ਫਸਟ ਆਪਸ਼ਨ ਇਜ਼ ਦਾ ਰਾਈਟ ਆਨਸਰ। ਸੋ ਇੱਕ ਸਿੰਪਲ ਜਿਹਾ ਮੈਂ ਨੂਮੈਰੀਕਲ ਸੋਲਵ ਤਾਂ ਕਰਕੇ ਤੁਹਾਨੂੰ ਦੱਸਿਆ ਕਿ ਇਹ ਵਾਲੇ ਫਾਰਮੂਲੇ ਤੁਸੀਂ ਅਪਲਾਈ ਕਰਨੇ ਆ ਜਦੋਂ ਵੀ ਤੁਹਾਨੂੰ ਆਬਜੈਕਟਿਵ ਕੁਐਸਚਨ ਕੋਈ ਆਉਂਦਾ ਹੈ ਜਾਂ ਸਿੰਪਲ ਕੋਈ ਨੂਮੈਰੀਕਲ ਆਉਂਦਾ ਹੈ। ਤੁਸੀਂ ਇਹਨਾਂ ਫਾਰਮੂਲੇ ਦੇ ਥਰੂ ਹੀ ਜਾਣਾ ਹੁੰਦਾ ਹੈ, ਠੀਕ ਹੈ। ਜਿੰਨੇ ਵੀ AC ਦੇ ਫਾਰਮੂਲੇ ਆਪਾਂ ਪੜ੍ਹੇ ਆ, ਚਾਹੇ XL ਦਾ, XC ਦਾ ਹੋ ਗਿਆ, ਓਮੇਗਾ ਦਾ ਹੋ ਗਿਆ, ਉਹ ਇਹਨਾਂ ਦੇ ਵਿੱਚੋਂ ਹੀ ਅਪਲਾਈ ਹੋਣੇ ਆ। ਇੰਪੀਡੈਂਸ ਲੱਭਣ ਦਾ ਹੋ ਗਿਆ, ਵੋਲਟੇਜ ਲੱਭਣ ਦਾ ਹੋ ਗਿਆ। ਸੋ ਇਹ ਅਪਲਾਈ ਕਰਕੇ ਆਪਾਂ ਆਨਸਰ ਨੂੰ ਫਾਈਂਡ ਆਊਟ ਕਰ ਸਕਦੇ ਹਾਂ। ਹੋਪ ਕਿ ਤੁਹਾਨੂੰ ਅੱਜ ਦਾ ਟੌਪਿਕ ਬਿਲਕੁਲ ਸਮਝ ਲੱਗਾ ਹੋਏਗਾ। LCR ਸਰਕਟ ਦਾ ਬਹੁਤ ਵਧੀਆ ਲੱਗਾ ਕਿ ਤੁਸੀਂ ਇਸ ਕਲਾਸ ਨੂੰ ਬੜੇ ਹੀ ਧਿਆਨ ਪੂਰਵਕ ਸੁਣਿਆ ਅਤੇ ਤੁਸੀਂ ਇਹਨਾਂ ਕੁਐਸਚਨਸ ਨੂੰ ਟਰਾਈ ਕਰਨ ਦੀ ਕੋਸ਼ਿਸ਼ ਕਰੋਗੇ ਪ੍ਰੋਪਰ। ਆਪਣੇ ਟੀਚਰਸ ਦੀ ਹੈਲਪ ਲਓਗੇ। ਕੋਈ ਵੀ ਅਗਰ ਪ੍ਰੋਬਲਮ ਆਉਂਦੀ ਹੈ ਤੁਸੀਂ ਕਮੈਂਟ ਬਾਕਸ 'ਚ ਦੱਸ ਸਕਦੇ ਹੋ। ਥੈਂਕ ਯੂ ਵੈਰੀ ਮਚ।